ਸਤਿ ਸ਼੍ਰੀ ਅਕਾਲ। PNCN ਦੇਖ ਰਹੇ ਹੋ ਤੁਸੀਂ। ਖਬਰਾਂ ਦੇ ਇਸ ਬੁਲੇਟਿਨ ਦੇ ਵਿੱਚ ਸਵਾਗਤ ਹੈ। ਸ਼ੁਰੂਆਤ ਕਰਾਂਗੇ ਖਬਰਾਂ ਦੀ ਹੈਡਲਾਈਨਸ ਦੇ ਨਾਲ। ਬਰਨਬੀ ਦੇ ਮੈਟਰੋਟਾਊਨ ਮਾਲ ਨੂੰ ਖਾਲੀ ਕਰਵਾਇਆ ਗਿਆ, ਗੋਲੀਆਂ ਚੱਲਣ ਦਾ ਖਦਸ਼ਾ। ਬ੍ਰਿਟਿਸ਼ ਕੋਲੰਬੀਆ ਵਿੱਚ ਡਰਾਈਵਰਾਂ ਦੇ ਲਈ ਅੱਜ ਤੋਂ ਅਹਿਮ ਹਦਾਇਤ ਲਾਗੂ, ਖਬਰਾਂ ਵਿੱਚ ਦਵਾਂਗੇ ਜਾਣਕਾਰੀ। ਟੋਰਾਂਟੋ 'ਚ ਮਸ਼ਹੂਰ ਇਮਾਰਤਾਂ ਦੇ ਅੰਦਰ ਅਪਾਰਟਮੈਂਟ ਕਿਰਾਏ ਦੇ ਉੱਤੇ ਦੇਣ ਦੇ ਦਾਅਵੇ ਦੇ ਨਾਲ ਠੱਗੀ ਦੇ ਕਈ ਮਾਮਲੇ ਸਾਹਮਣੇ ਆਏ, ਲੋਕਾਂ ਨੂੰ ਸਾਵਧਾਨ ਰਹਿਣ ਦੇ ਲਈ ਕਿਹਾ ਗਿਆ। ਬਜ਼ੁਰਗ ਔਰਤ ਸਮੇਤ ਹੋਰਾਂ ਨੂੰ ਮੂਰਖ ਬਣਾ ਕੇ ਠੱਗਣ ਦੇ ਮਾਮਲੇ ਵਿੱਚ ਇਸ ਨੌਜਵਾਨ ਦੀ ਪੁਲਿਸ ਨੂੰ ਭਾਲ। ਅਕਤੂਬਰ ਦੇ ਅੰਤ ਤੱਕ 5 ਸਾਲ ਤੋਂ 11 ਸਾਲ ਦੀ ਉਮਰ ਤੱਕ ਦੇ ਬੱਚਿਆਂ ਲਈ ਵੀ ਕੋਵਿਡ-19 ਦੇ ਟੀਕੇ ਲਗਾਉਣ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ। ਭਾਰਤ ਵਿੱਚ ਕੈਨੇਡਾ ਹਾਈ ਕਮਿਸ਼ਨ ਨੇ ਵੀਜ਼ਾ ਅਪਲਾਈ ਕਰਨ ਵਾਲਿਆਂ ਦੇ ਲਈ ਨਵੀਂ ਜਾਣਕਾਰੀ ਜਾਰੀ ਕੀਤੀ ਹੈ, ਉਸ ਦੇ ਬਾਰੇ ਦੱਸਾਂਗੇ। ਇਸ ਨਾਲ ਹੀ ਸਭ ਤੋਂ ਪਹਿਲਾਂ ਤੁਹਾਨੂੰ ਦੱਸਾਂਗੇ ਕਿ ਜਿਹੜਾ ਬਰਨਬੀ ਦੇ ਮੈਟਰੋਟਾਊਨ ਮਾਲ ਦੇ ਵਿੱਚ ਜੋ ਕਈਆਂ ਦੇ ਵੱਲੋਂ ਕਿਹਾ ਗਿਆ ਕਿ ਗੋਲੀਆਂ ਚੱਲਣ ਦਾ ਮਾਮਲਾ ਸਾਹਮਣੇ ਆਇਆ, ਤਾਂ ਕਈਆਂ ਵੱਲੋਂ ਕਿਹਾ ਗਿਆ ਕਿ ਪਾਈਪ ਬੰਬ ਉੱਥੇ ਮਿਲਿਆ, ਪਰ ਫਿਲਹਾਲ ਤੱਕ ਪੁਲਿਸ ਨੇ ਇਸ ਦੀ ਕੋਈ ਪੁਸ਼ਟੀ ਨਹੀਂ ਕੀਤੀ ਕਿ ਉੱਥੇ ਆਖਿਰ ਅਜਿਹਾ ਮਿਲਿਆ ਕੀ ਸੀ। ਹੁਣ ਤੱਕ ਇਹੋ ਜੋ ਖਬਰਾਂ ਆ ਰਹੀਆਂ ਨੇ ਉਹ ਇਹੋ ਨੇ ਕਿ ਸਿਰਫ ਧਮਕੀ ਦਿੱਤੀ ਗਈ ਸੀ, ਜਿਸ ਤੋਂ ਬਾਅਦ ਕਾਫੀ ਗਿਣਤੀ ਦੇ ਵਿੱਚ ਪੁਲਿਸ ਅਧਿਕਾਰੀ ਅੱਜ ਦੁਪਹਿਰ ਨੂੰ 3 ਵਜੇ ਦਾ ਸਮਾਂ ਸੀ ਜਦੋਂ ਮੈਟਰੋਟਾਊਨ ਮਾਲ ਦੇ ਬਾਹਰ ਜਿਹੜਾ ਮੈਟਰੋਟਾਊਨ ਸਟੇਸ਼ਨ ਉੱਥੇ ਵੀ ਪਹੁੰਚ ਗਏ ਤੇ ਉਸ ਮਾਲ ਨੂੰ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ। ਇਸ ਦੇ ਨਾਲ ਹੀ ਕੁਝ ਵੀਡੀਓਜ਼ ਵੀ ਸਾਹਮਣੇ ਆਈਆਂ ਨੇ ਜਿਸ ਦੇ ਵਿੱਚ ਕਾਫੀ ਤੇਜ਼ ਭੱਜਦੇ ਹੋਏ ਪੁਲਿਸ ਅਧਿਕਾਰੀ ਨਜ਼ਰ ਆ ਰਹੇ ਨੇ ਹਥਿਆਰਾਂ ਦੇ ਨਾਲ, ਜਿਨ੍ਹਾਂ ਦੇ ਵੱਲੋਂ ਤੁਰੰਤ ਉਸ ਖੇਤਰ ਨੂੰ ਖਾਲੀ ਕਰਵਾਇਆ ਗਿਆ। ਪਰ ਹੁਣ ਤੱਕ ਇਹੋ ਕਿਹਾ ਜਾ ਰਿਹਾ ਹੈ ਕਿ ਹੁਣ ਆਮ ਲੋਕਾਂ ਦੇ ਲਈ ਕੋਈ ਖਤਰਾ ਨਹੀਂ ਹੈ। ਕੁਝ ਸਮੇਂ ਦੇ ਵਾਸਤੇ ਉੱਥੇ ਜੋ ਮੈਟਰੋਟਾਊਨ ਸਟੇਸ਼ਨ ਹੈ, ਸਕਾਈ ਟ੍ਰੇਨ ਰੋਕਣੀ ਜਾਂ ਫਿਰ ਉਸ ਖੇਤਰ ਵਿੱਚ ਬੱਸ ਰੋਕਣੀ ਵੀ ਬੰਦ ਕਰ ਦਿੱਤੀ ਗਈ ਸੀ ਤੇ ਉੱਥੇ ਸਕਾਈ ਟ੍ਰੇਨ ਨਹੀਂ ਸੀ ਰੁਕ ਰਹੀ, ਜਿਸ ਤੋਂ ਬਾਅਦ ਜਦੋਂ ਪੁਲਿਸ ਅਧਿਕਾਰੀਆਂ ਨੇ ਪੂਰੀ ਪੁਸ਼ਟੀ ਕਰਕੇ ਖੇਤਰ ਨੂੰ ਖਾਲੀ ਕਰਵਾਇਆ ਤੇ ਫਿਰ ਐਲਾਨ ਕੀਤਾ ਗਿਆ ਕਿ ਹੁਣ ਉਹ ਸਾਰਾ ਖੇਤਰ ਸੁਰੱਖਿਅਤ ਹੈ, ਜਿਸ ਦੇ ਵਿੱਚ ਮਾਲ ਨੂੰ ਜਦੋਂ ਪੂਰੀ ਤਰ੍ਹਾਂ ਖਾਲੀ ਕਰਵਾ ਲਿਆ ਗਿਆ, ਜਿਸ ਤੋਂ ਬਾਅਦ ਦੱਸਿਆ ਗਿਆ ਕਿ ਅੱਜ ਰਾਤ ਦੇ ਵਾਸਤੇ ਮਾਲ ਇਸੇ ਤਰ੍ਹਾਂ ਬੰਦ ਰਹੇਗਾ ਤੇ ਕੱਲ ਨੂੰ ਦੁਬਾਰਾ ਖੁੱਲ ਸਕਦਾ ਹੈ। ਤੇ ਪੁਲਿਸ ਅਧਿਕਾਰੀਆਂ ਦੇ ਵੱਲੋਂ ਕੱਲ ਸਵੇਰੇ ਇਸ ਦੇ ਬਾਰੇ ਵਿਸਥਾਰ ਵਿੱਚ ਜਾਣਕਾਰੀ ਦਿੱਤੀ ਜਾਵੇਗੀ ਕਿ ਆਖਿਰ ਕੀ ਕੁਝ ਵਾਪਰਿਆ ਸੀ, ਜਿਸ ਕਰਕੇ ਇੱਕਦਮ ਅਜਿਹੇ ਕਦਮ ਚੁੱਕਣੇ ਪਏ, ਜਿਸ ਦੇ ਕਰਕੇ ਉੱਥੇ ਮੌਜੂਦ ਲੋਕਾਂ ਦੇ ਵਿੱਚ ਵੀ ਕਾਫੀ ਸਹਿਮ ਦਾ ਮਾਹੌਲ ਪਾਇਆ ਗਿਆ। ਤੇ ਇਸ ਦੇ ਨਾਲ ਹੀ ਹਜੇ ਤੱਕ ਕੋਈ ਪੁਸ਼ਟੀ ਨਹੀਂ ਕੀਤੀ ਗਈ ਆਖਿਰ ਕਾਰਨ ਕੀ ਸੀ ਜਿਸ ਦੇ ਕਰਕੇ ਅਜਿਹਾ ਹੋਇਆ ਕਿ ਇੱਕਦਮ ਇੰਨੀ ਵੱਡੀ ਗਿਣਤੀ ਵਿੱਚ ਪੁਲਿਸ ਵਾਲੇ ਉੱਥੇ ਪਹੁੰਚੇ ਤੇ ਪੂਰੇ ਖੇਤਰ ਨੂੰ ਖਾਲੀ ਕਰਵਾ ਲਿਆ ਗਿਆ ਸੀ। ਇਸ ਨਾਲ ਹੀ ਅਗਲੀ ਖਬਰ ਦੇ ਵੱਲ ਰੁਖ ਕਰਦੇ ਹਾਂ। ਓਨਟਾਰੀਓ ਦੇ ਇੱਕ ਟੋਰਾਂਟੋ ਦੇ ਨੇੜੇ ਖੇਤਰ ਤੋਂ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਕਿ ਲੋਕਾਂ ਨੂੰ ਮੂਰਖ ਬਣਾ ਕੇ ਉਹਨਾਂ ਤੋਂ ਪੈਸੇ ਲੁੱਟੇ ਗਏ, ਜਿਸ ਦੇ ਵਿੱਚ ਪੁਲਿਸ ਨੇ ਇੱਕ ਵਿਅਕਤੀ ਦੀ ਤਸਵੀਰ ਸਾਂਝੀ ਕੀਤੀ ਹੈ। ਉਹ ਤੁਹਾਨੂੰ ਵੀ ਦਿਖਾਉਂਦੇ ਹਾਂ ਤੇ ਉਸ ਨੂੰ ਲੱਭਣ ਦੇ ਵਾਸਤੇ ਸਹਿਯੋਗ ਮੰਗਿਆ ਗਿਆ ਹੈ। ਗ੍ਰੇਟਰ ਟੋਰਾਂਟੋ ਏਰੀਆ ਤੋਂ ਇੱਕ ਮਾਮਲਾ ਸਾਹਮਣੇ ਆਇਆ, ਜਿੱਥੇ ਕਿ ਇਹ ਤਸਵੀਰ ਡਰਮ ਪੁਲਿਸ ਦੇ ਵੱਲੋਂ ਸਾਂਝੀ ਕੀਤੀ ਗਈ ਹੈ, ਜਿਨ੍ਹਾਂ ਨੇ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਇਸ ਵਿਅਕਤੀ ਦੇ ਬਾਰੇ ਜੇਕਰ ਕਿਸੇ ਨੂੰ ਵੀ ਕੁਝ ਪਤਾ ਹੋਵੇ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾ ਸਕਦਾ ਹੈ। ਦਰਅਸਲ ਮਾਮਲਾ ਇਹ ਹੈ ਕਿ ਪਿਕਰਿੰਗ ਤੋਂ ਇੱਕ 77 ਸਾਲ ਦੀ ਔਰਤ ਨੂੰ ਮੂਰਖ ਬਣਾ ਕੇ ਉਸ ਤੋਂ $9,000 ਲੁੱਟਣ ਦਾ ਮਾਮਲਾ ਸਾਹਮਣੇ ਆਇਆ, ਜਿਸ ਦੇ ਵਿੱਚ ਉਸ ਲੁੱਟ ਦਾ ਸਬੰਧ ਇਸ ਵਿਅਕਤੀ ਨਾਲ ਦੱਸਿਆ ਜਾ ਰਿਹਾ ਹੈ, ਜਿਸ ਦੇ ਵਿੱਚ ਉਸ ਔਰਤ ਨੂੰ ਕਿਹਾ ਗਿਆ ਕਿ ਉਸ ਦਾ ਪੋਤਾ ਜੇਲ੍ਹ ਦੇ ਵਿੱਚ ਹੈ ਤੇ ਉਸ ਨੂੰ ਛੁਡਵਾਉਣ ਦੇ ਵਾਸਤੇ ਤੁਰੰਤ $9,000 ਦੇਣੇ ਪੈਣਗੇ। ਉਹ ਔਰਤ ਤੁਰੰਤ ਬੈਂਕ ਗਈ, ਉੱਥੇ ਤੋਂ ਉਸਨੇ ਪੈਸੇ ਕਢਵਾਏ ਤੇ ਇੱਕ ਵਿਅਕਤੀ ਨੂੰ ਪੈਸੇ ਦੇ ਦਿੱਤੇ, ਜਿਸ ਤੋਂ ਬਾਅਦ ਕੁਝ ਅਜਿਹੇ ਹੀ ਸਕੈਮ ਦੇ ਹੋਰ ਮਾਮਲੇ ਸਾਹਮਣੇ ਆਏ ਨੇ। ਪੁਲਿਸ ਅਧਿਕਾਰੀਆਂ ਦਾ ਕਹਿਣਾ ਹੈ ਕਿ ਇਹ ਸਾਊਥ ਏਸ਼ੀਅਨ ਵਿਅਕਤੀ ਹੈ, ਜਿਸ ਦੀ ਉਮਰ 20 ਤੋਂ 30 ਸਾਲ ਦੇ ਨੇੜੇ ਦੱਸੀ ਗਈ ਹੈ। ਭੂਰੀਆਂ ਅੱਖਾਂ ਨੇ ਇਸਦੀਆਂ ਤੇ ਕਾਲੇ ਵਾਲ ਨੇ ਤੇ ਇਸ ਮੌਕੇ ਉਸਨੇ ਕਾਲੇ ਰੰਗ ਦੇ ਕੱਪੜੇ ਪਾਏ ਹੋਏ ਨੇ। ਐਡੀਡਾਸ ਦਾ ਫੇਸ ਮਾਸਕ ਲਗਾਇਆ ਹੋਇਆ ਸੀ ਜਦੋਂ ਦੀ ਇਹ ਤਸਵੀਰ ਹੈ, ਜਿਸ ਦੇ ਵਿੱਚ ਪੁਲਿਸ ਅਧਿਕਾਰੀਆਂ ਦਾ ਮੰਨਣਾ ਹੈ ਕਿ ਹੋਰ ਵੀ ਕੁਝ ਅਜਿਹੇ ਹੀ ਲੋਕਾਂ ਨੂੰ ਮੂਰਖ ਬਣਾ ਕੇ ਪੈਸੇ ਲੁੱਟਣ ਦੇ ਜੋ ਮਾਮਲੇ ਸਾਹਮਣੇ ਆਏ, ਉਸ ਦੇ ਨਾਲ ਵੀ ਇਸ ਵਿਅਕਤੀ ਦਾ ਸਬੰਧ ਹੋ ਸਕਦਾ ਹੈ। ਜਿਸ ਲਈ ਜੇਕਰ ਕਿਸੇ ਨੂੰ ਵੀ ਕੋਈ ਜਾਣਕਾਰੀ ਹੋਵੇ ਤਾਂ ਪੁਲਿਸ ਦੇ ਨਾਲ 188857911520 ਤੇ ਫੋਨ ਕਰਕੇ ਸੰਪਰਕ ਕੀਤਾ ਜਾ ਸਕਦਾ ਹੈ, ਜਾਣਕਾਰੀ ਦਿੱਤੀ ਜਾ ਸਕਦੀ ਹੈ। ਸਿਰਫ ਇਹੀ ਨਹੀਂ, ਸਗੋਂ ਗ੍ਰੇਟਰ ਟੋਰਾਂਟੋ ਏਰੀਆ ਦੇ ਵਿੱਚ ਕਾਫੀ ਅਜਿਹੇ ਮਾਮਲੇ ਸਾਹਮਣੇ ਆ ਰਹੇ ਨੇ। ਡਾਊਨਟਾਊਨ ਟੋਰਾਂਟੋ ਦੇ ਵਿੱਚ ਹੀ ਕੁਝ ਇਮਾਰਤਾਂ ਦੇ ਵਿੱਚ ਲੋਕਾਂ ਨੂੰ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਜਾ ਰਿਹਾ ਹੈ ਕਿ ਕਿਰਾਏ ਦੇ ਉੱਤੇ ਅਪਾਰਟਮੈਂਟ ਲਗਾਏ ਗਏ ਆਨਲਾਈਨ, ਜਿਸ ਦੇ ਵਿੱਚ ਜਿਹੜੇ ਸ਼ੱਕੀ ਵਿਅਕਤੀ ਨੇ ਜਿਨ੍ਹਾਂ ਦੇ ਵੱਲੋਂ ਫਰਾਡ ਨੂੰ ਅੰਜਾਮ ਦਿੱਤਾ ਗਿਆ, ਉਹਨਾਂ ਨੇ ਜਿਹੜੇ ਉਹ ਅਪਾਰਟਮੈਂਟ ਸੀ ਕੁਝ ਸਮੇਂ ਦੇ ਵਾਸਤੇ ਕਿਰਾਏ ਦੇ ਉੱਤੇ ਲੈ ਲਏ, ਜਿਸ ਤੋਂ ਬਾਅਦ ਉਸੇ ਅਪਾਰਟਮੈਂਟ ਨੂੰ ਅੱਗੇ ਕਿਰਾਏ ਦੇ ਉੱਤੇ ਚੜਾਉਣ ਦੇ ਵਾਸਤੇ ਕਿਰਾਏਦਾਰਾਂ ਨੂੰ ਬੁਲਾਇਆ,
ਉਹਨਾਂ ਨੂੰ ਉਹ ਅਪਾਰਟਮੈਂਟ ਦਿਖਾਇਆ ਤੇ ਉਸ ਤੋਂ ਬਾਅਦ ਇੱਕ ਜਾਲੀ ਐਗਰੀਮੈਂਟ ਕਰਕੇ ਖੁਦ ਨੂੰ ਮਾਲਕ ਦੱਸਦੇ ਹੋਏ ਉੱਥੇ ਦੇ ਉਹ ਐਗਰੀਮੈਂਟ ਕੀਤਾ ਤੇ ਮੁੜ ਤੋਂ ਕਿਰਾਏ ਦੇ ਉੱਤੇ ਉਹਨਾਂ ਅਪਾਰਟਮੈਂਟਸ ਨੂੰ ਚੜਾ ਦਿੱਤਾ ਗਿਆ ਤੇ ਫਿਰ ਉਹ ਪੈਸੇ ਲੈ ਕੇ ਫਰਾਰ ਹੋ ਗਏ, ਜਿਸ ਤੋਂ ਬਾਅਦ ਉਹਨਾਂ ਨੇ ਆਪਣੇ ਫੋਨ ਵੀ ਬੰਦ ਕਰ ਲਏ ਤੇ ਨਾਲ ਹੀ ਵਾਪਸ ਉਹਨਾਂ ਦੇ ਵੱਲੋਂ ਈਮੇਲ ਦੇ ਉੱਤੇ ਵੀ ਕੋਈ ਜਵਾਬ ਨਹੀਂ ਦਿੱਤਾ ਗਿਆ। ਈਮੇਲ ਟ੍ਰਾਂਸਫਰ ਦੇ ਰਾਹੀਂ ਉਹਨਾਂ ਦੇ ਵੱਲੋਂ ਪੈਸੇ ਲਏ ਗਏ ਸੀ ਤੇ ਇਸੇ ਨੂੰ ਲੈ ਕੇ ਕਈ ਫਰਾਡ ਹੋ ਰਹੇ ਨੇ ਟੋਰਾਂਟੋ ਖੇਤਰ ਵਿੱਚ, ਜਿਸ ਨੂੰ ਲੈ ਕੇ ਪੁਲਿਸ ਨੇ ਲੋਕਾਂ ਨੂੰ ਸਾਵਧਾਨ ਰਹਿਣ ਦੇ ਵਾਸਤੇ ਕਿਹਾ ਕਿ ਜਦੋਂ ਵੀ ਤੁਸੀਂ ਕਿਰਾਏ ਦੇ ਉੱਤੇ ਕੋਈ ਥਾਂ ਲੈਂਦੇ ਹੋ ਤਾਂ ਪੁਸ਼ਟੀ ਪੂਰੇ ਤਰੀਕੇ ਨਾਲ ਜ਼ਰੂਰ ਕਰ ਲਈ ਜਾਵੇ ਕਿ ਆਖਿਰ ਉਸ ਥਾਂ ਦਾ ਮਾਲਕ ਕੌਣ ਹੈ, ਜਾਂ ਫਿਰ ਜਿਹੜਾ ਕੋਈ ਪ੍ਰਾਪਰਟੀ ਡੀਲਰ ਵੀ ਤੁਹਾਡੇ ਨਾਲ ਉਸ ਸਮੇਂ ਗੱਲਬਾਤ ਕਰ ਰਿਹਾ ਹੈ ਤਾਂ ਉਸ ਦੀ ਵੀ ਇੱਕ ਵਾਰ ਪੁਸ਼ਟੀ ਜ਼ਰੂਰ ਕੀਤੀ ਜਾਵੇ, ਕਿਉਂਕਿ ਅਜਿਹੇ ਜਿਹੜੇ ਫਰਾਡ ਹੋ ਰਹੇ ਨੇ ਉਸ ਦੇ ਵਿੱਚ ਸਾਵਧਾਨੀ ਵਰਤਣ ਦੇ ਵਾਸਤੇ ਲੋਕਾਂ ਨੂੰ ਕਿਹਾ ਗਿਆ ਹੈ। ਹੁਣ ਰੁਕ ਅਗਲੀ ਖਬਰ ਦੇ ਵੱਲ ਕਰਾਂਗੇ। ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਦੇ ਵੱਲੋਂ ਜਾਣਕਾਰੀ ਦਿੱਤੀ ਗਈ ਹੈ ਕਿ ਅਕਤੂਬਰ ਦੇ ਅੰਤ ਤੱਕ ਫੈਸਲਾ ਲਿਆ ਜਾ ਸਕਦਾ ਹੈ। ਕੈਨੇਡਾ ਦੇ ਸਿਹਤ ਵਿਭਾਗ ਦੇ ਵੱਲੋਂ ਹਰੀ ਝੰਡੀ ਦਿੱਤੀ ਜਾ ਸਕਦੀ ਹੈ ਕਿ 5 ਤੋਂ 11 ਸਾਲ ਦੀ ਉਮਰ ਦੇ ਬੱਚਿਆਂ ਦੇ ਵੀ ਕੋਵਿਡ-19 ਦੇ ਟੀਕੇ ਲਗਾਏ ਜਾਣ। ਅਕਤੂਬਰ ਮਹੀਨੇ ਵਿੱਚ 12 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੇ ਵੀ ਕੋਵਿਡ-19 ਦੇ ਟੀਕੇ ਲਗਾਉਣ ਨੂੰ ਮਨਜ਼ੂਰੀ ਦਿੱਤੀ ਜਾ ਸਕਦੀ ਹੈ, ਜਿਸ ਦੇ ਬਾਰੇ ਬ੍ਰਿਟਿਸ਼ ਕੋਲੰਬੀਆ ਤੋਂ ਸਿਹਤ ਅਧਿਕਾਰੀ ਡਾਕਟਰ ਬੋਨੀ ਹੈਨਰੀ ਨੇ ਦੱਸਿਆ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਉਹ ਬੱਚੇ ਜਿਨ੍ਹਾਂ ਦੀ 12 ਸਾਲ ਤੋਂ ਉਮਰ ਘੱਟ ਹੈ ਉਹਨਾਂ ਦੇ ਵਾਸਤੇ ਹਜੇ ਵੀ ਜਾਂਚ ਤਾਂ ਕੀਤੀ ਜਾ ਰਹੀ ਹੈ, ਪਰ ਅਕਤੂਬਰ ਦੇ ਅੰਤ ਤੱਕ ਇਜਾਜ਼ਤ ਦਿੱਤੀ ਜਾ ਸਕਦੀ ਹੈ, ਜੋ ਕਿ ਅਪਰੂਵਲ ਆਵੇਗਾ ਕਿ ਬੱਚਿਆਂ ਦੇ ਟੀਕੇ ਲਗਾਏ ਜਾ ਸਕਦੇ ਨੇ। ਸ਼ੁੱਕਰਵਾਰ ਨੂੰ ਡਾਕਟਰ ਹੈਨਰੀ ਦੇ ਵੱਲੋਂ ਕਾਨਫਰੰਸ ਕੀਤੀ ਜਾ ਰਹੀ ਸੀ, ਜਿਸ ਦੇ ਵਿੱਚ ਉਹਨਾਂ ਨੇ ਕਿਹਾ ਕਿ ਕੁਝ ਜਾਣਕਾਰੀ ਦੇ ਬਾਰੇ ਹੈਲਥ ਕੈਨੇਡਾ ਵਿਭਾਗ ਦੇ ਵੱਲੋਂ ਹਜੇ ਵੀ ਉਡੀਕ ਕੀਤੀ ਜਾ ਰਹੀ ਹੈ। ਫਾਈਜ਼ਰ ਟੀਕੇ ਨੂੰ ਲੈ ਕੇ ਜਦੋਂ ਇਜਾਜ਼ਤ ਦਿੱਤੀ ਜਾਵੇਗੀ ਤਾਂ ਮੰਨਿਆ ਜਾ ਰਿਹਾ ਹੈ ਕਿ ਫਾਈਜ਼ਰ ਦਾ ਟੀਕਾ ਹੀ ਹੋਵੇਗਾ, ਜੋ ਕਿ 12 ਸਾਲ ਦੀ ਉਮਰ ਤੋਂ ਘੱਟ ਦੇ ਬੱਚਿਆਂ ਦੇ ਵੀ ਲਗਾਉਣ ਦੇ ਵਾਸਤੇ ਮਨਜ਼ੂਰੀ ਦਿੱਤੀ ਜਾਵੇਗੀ। ਹੈਲਥ ਕੈਨੇਡਾ ਦੇ ਵੱਲੋਂ ਇਸ ਦੇ ਉੱਤੇ ਹਜੇ ਵੀ ਕੰਮ ਕੀਤਾ ਜਾ ਰਿਹਾ ਹੈ। ਇਸ ਸਮੇਂ 18 ਸਾਲ ਤੋਂ ਉਮਰ ਘੱਟ ਹੈ ਜਿਨ੍ਹਾਂ ਦੀ, ਉਹਨਾਂ ਦੇ ਵਾਸਤੇ ਵੀ ਫਾਈਜ਼ਰ ਦਾ ਟੀਕਾ ਹੀ ਮਨਜ਼ੂਰ ਹੈ ਕਿ ਉਹ ਇਸੇ ਟੀਕੇ ਨੂੰ ਲਗਵਾ ਸਕਦੇ ਨੇ, ਜਿਸ ਨੂੰ ਸੁਰੱਖਿਅਤ ਦੱਸਿਆ ਗਿਆ ਹੈ। ਤੇ ਫਿਲਹਾਲ ਘੱਟੋ ਘੱਟ ਉਮਰ ਇਸ ਦੇ ਲਈ 12 ਸਾਲ ਹੈ ਕੈਨੇਡਾ ਦੇ ਵਿੱਚ, ਤੇ ਇਸ ਤੋਂ ਘੱਟ ਵੀ ਉਮਰ ਦੇ ਬੱਚਿਆਂ ਦੇ ਟੀਕੇ ਲਗਾਏ ਜਾ ਸਕਣਗੇ, ਜਿਸ ਦੇ ਵਿੱਚ 5 ਸਾਲ ਦੀ ਉਮਰ ਤੋਂ ਲੈ ਕੇ 11 ਸਾਲ ਦੀ ਉਮਰ ਤੱਕ ਦੇ ਬੱਚਿਆਂ ਦੇ ਲਈ ਇਹ ਟੀਕੇ ਹੋਣਗੇ, ਜੋ ਕਿ ਕੋਵਿਡ-19 ਦੇ ਲਗਾਏ ਜਾ ਸਕਣਗੇ। ਇਸ ਦੇ ਨਾਲ ਹੀ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਫੇਸ ਮਾਸਕ ਨੂੰ ਲੈ ਕੇ ਖਾਸ ਐਲਾਨ ਕੀਤਾ ਗਿਆ। ਜਿਵੇਂ ਕਿ ਸਕੂਲਾਂ ਵਿੱਚ ਬੱਚੇ ਜਾ ਰਹੇ ਨੇ ਤਾਂ ਹੁਣ ਕਿਹਾ ਗਿਆ ਕਿ ਕਿੰਡਰਗਾਰਟਨ ਤੋਂ ਲੈ ਕੇ 12ਵੀਂ ਜਮਾਤ ਤੱਕ ਦੇ ਬੱਚਿਆਂ ਦੇ ਵਾਸਤੇ, ਸਕੂਲ ਦੇ ਵਿੱਚ ਮੌਜੂਦ ਸਟਾਫ ਵਾਸਤੇ ਤੇ ਇਸ ਦੇ ਨਾਲ ਹੀ ਸਕੂਲ ਬੱਸਾਂ ਚਲਾਉਣ ਵਾਲੇ ਤੇ ਸਕੂਲ ਬੱਸ ਦੇ ਵਿੱਚ ਮੌਜੂਦ ਜਿਹੜਾ ਵੀ ਸਟਾਫ ਹੋਵੇਗਾ ਉਹਨਾਂ ਦੇ ਲਈ ਮਾਸਕ ਪਾਉਣੇ ਲਾਜ਼ਮੀ ਹੋਣਗੇ। ਇਸ ਦਾ ਐਲਾਨ ਕੀਤਾ ਗਿਆ। ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਸ਼ੁੱਕਰਵਾਰ ਸਵੇਰ ਨੂੰ ਇਹ ਐਲਾਨ ਕੀਤਾ ਗਿਆ। And in August, we announced that the mask mandate that was in place last school year would continue for all students in grades 4 to 12, along with the strong recommendation for mask wearing for students in kindergarten to grade 3. And I want to say that with respect to our school safety plans, we in fact maintained many of the measures that were in place last year to protect our school communities and to provide continuity. And I want to take a moment to thank school boards in particular who have led their districts through a very challenging time and who continue to work closely with health authority school medical officers in their regions to support the school safety plans. ਤੇ ਬ੍ਰਿਟਿਸ਼ ਕੋਲੰਬੀਆ ਦੇ ਵਿੱਚ ਹਾਈਵੇ ਦੇ ਉੱਤੇ ਜਿਹੜੇ ਡਰਾਈਵਰ ਗੱਡੀ ਲੈ ਕੇ ਜਾਣਗੇ ਉਹਨਾਂ ਦੇ ਲਈ ਖਾਸ ਤੌਰ ਦੇ ਉੱਤੇ 1 ਤਰੀਕ ਤੋਂ ਹਦਾਇਤ ਲਾਗੂ ਹੋ ਗਈ ਹੈ। ਉਸ ਦੇ ਬਾਰੇ ਹੁਣ ਤੁਹਾਨੂੰ ਜਾਣਕਾਰੀ ਦੇਵਾਂਗੇ। ਸ਼ੁੱਕਰਵਾਰ ਤੋਂ ਬ੍ਰਿਟਿਸ਼ ਕੋਲੰਬੀਆ ਦੀਆਂ ਕਈ ਥਾਵਾਂ ਦੇ ਉੱਤੇ ਜਿੰਨੇ ਵੀ ਜ਼ਿਆਦਾਤਰ ਹਾਈਵੇ ਨੇ ਖਾਸ ਤੌਰ ਦੇ ਉੱਤੇ ਉਹਨਾਂ ਦੇ ਉੱਤੇ ਡਰਾਈਵਰਸ ਦੇ ਵਾਸਤੇ ਹਦਾਇਤਾਂ ਲਾਗੂ ਹੋ ਗਈਆਂ ਨੇ ਕਿ ਸਨੋ ਵਾਲੇ ਟਾਇਰ ਗੱਡੀਆਂ ਦੇ ਹੋਣੇ ਚਾਹੀਦੇ ਨੇ। ਜੇਕਰ ਅਜਿਹਾ ਨਹੀਂ ਹੋਵੇਗਾ ਤਾਂ ਉਹਨਾਂ ਦੇ ਉੱਤੇ ਕਾਰਵਾਈ ਹੋਵੇਗੀ, ਜਿਸ ਨੂੰ ਲੈ ਕੇ ਦੱਸਿਆ ਗਿਆ ਕਿ ਖਾਸ ਤੌਰ ਦੇ ਉੱਤੇ ਜਿੰਨੇ ਵੀ ਹਾਈਵੇ ਬ੍ਰਿਟਿਸ਼ ਕੋਲੰਬੀਆ ਦੇ ਉੱਤਰੀ ਹਿੱਸੇ ਦੇ ਵਿੱਚ ਨੇ, ਜਿੰਨੇ ਵੀ ਹਾਈਵੇ ਇੰਟੀਰੀਅਰ ਹਿੱਸੇ ਵਿੱਚ ਨੇ ਤੇ ਨਾਲ ਹੀ ਸਾਊਥ ਕੋਸਟ ਤੇ ਇਸ ਦੇ ਨਾਲ ਹੀ ਸੀ ਟੂ ਸਕਾਈ ਹਾਈਵੇ ਦਾ ਵੀ ਕੁਝ ਹਿੱਸਾ ਤੇ ਇਸ ਦੇ ਨਾਲ ਹੀ ਵੈਨਕੂਵਰ ਆਈਲੈਂਡ, ਜਿਸ ਦੇ ਵਿੱਚ ਮੈਲਹੈਟ ਤੇ ਹਾਈਵੇ 4, 14 ਤੇ 28 ਵੀ ਸ਼ਾਮਲ ਨੇ, ਜਿਸ ਦੇ ਵਿੱਚ ਕਿਹਾ ਗਿਆ ਹੈ ਕਿ ਡਰਾਈਵਰਸ ਧਿਆਨ ਰੱਖਣ ਕਿ ਉਹਨਾਂ ਦੀ ਗੱਡੀਆਂ ਦੇ ਜੋ ਟਾਇਰ ਨੇ ਉਹ ਸਨੋ ਵਾਲੇ ਹੋਣ, ਜਿਨ੍ਹਾਂ ਦੇ ਉੱਤੇ M+S ਲਿਖਿਆ ਹੁੰਦਾ, ਯਾਨੀ ਕਿ ਮਡ ਐਂਡ ਸਨੋ, ਉਹ ਟਾਇਰ ਹੋਣੇ ਚਾਹੀਦੇ ਨੇ। ਜੇਕਰ ਕੋਈ ਡਰਾਈਵਰ ਹਾਈਵੇਜ਼ ਦੇ ਉੱਤੇ ਪਾਇਆ ਜਾਂਦਾ ਹੈ ਜਿਨ੍ਹਾਂ ਦੀ ਗੱਡੀ ਦੇ ਟਾਇਰ
ਸਨੋ ਵਾਲੇ ਨਹੀਂ ਹੋਣਗੇ, ਯਾਨੀ ਕਿ ਜਿਨ੍ਹਾਂ ਦੇ ਉੱਤੇ M ਤੇ S ਨਹੀਂ ਲਿਖਿਆ ਹੋਵੇਗਾ, ਤਾਂ ਉਹਨਾਂ ਨੂੰ $121 ਦੀ ਟਿਕਟ ਮਿਲ ਸਕਦੀ ਹੈ। ਅਕਤੂਬਰ 1 ਤੋਂ ਇੱਕ ਹੋਰ ਅਹਿਮ ਦਿਨ ਹੈ ਕਿ ਅਕਤੂਬਰ ਮਹੀਨੇ ਨੂੰ ਕੈਨੇਡਾ ਦੇ ਵਿੱਚ ਕੈਨੇਡੀਅਨ ਇਸਲਾਮਿਕ ਹਿਸਟਰੀ ਮੰਥ ਦੇ ਵਜੋਂ ਮਨਾਇਆ ਜਾਂਦਾ ਹੈ, ਯਾਨੀ ਕਿ ਇਹ ਮਹੀਨਾ ਇਸਲਾਮਿਕ ਇਤਿਹਾਸ ਨੂੰ ਸਮਰਪਿਤ ਹੈ। ਕੈਨੇਡਾ ਵਿੱਚ ਇਸਲਾਮ ਸੰਬੰਧੀ ਇਤਿਹਾਸ ਤੇ ਜਾਣਕਾਰੀ ਦੇਣ ਦੇ ਵਾਸਤੇ ਇਸ ਮਹੀਨੇ ਵੱਖੋ-ਵੱਖਰੇ ਸਮਾਗਮ ਕਰਵਾਏ ਜਾਣਗੇ, ਜਿਸ ਨੂੰ ਲੈ ਕੇ ਬਿਆਨ ਵੀ ਜਾਰੀ ਕੀਤਾ ਗਿਆ ਹੈ ਅਧਿਕਾਰੀਆਂ ਦੇ ਵੱਲੋਂ। ਤੇ ਕੈਨੇਡਾ ਦੇ ਵਿੱਚ ਸਾਲ 2007 ਦੇ ਅੰਦਰ ਪਾਰਲੀਮੈਂਟ 'ਚ ਇਸ ਨੂੰ ਮਨਜ਼ੂਰੀ ਮਿਲੀ ਸੀ, ਜਦੋਂ ਤੋਂ ਹੁਣ ਤੱਕ ਲਗਾਤਾਰ ਤੇ ਅੱਗੇ ਵੀ ਕੈਨੇਡੀਅਨ ਇਸਲਾਮਿਕ ਹਿਸਟਰੀ ਮੰਥ ਅਕਤੂਬਰ ਨੂੰ ਮਨਾਇਆ ਜਾਂਦਾ ਹੈ, ਜਿਸ ਦੇ ਵਿੱਚ ਇਹ ਵੀ ਖਾਸ ਤੌਰ ਦੇ ਉੱਤੇ ਜ਼ਿਕਰ ਕੀਤਾ ਜਾਂਦਾ ਹੈ ਕਿ ਇਸਲਾਮੋਫੋਬੀਆ ਤੇ ਨਾਲ ਹੀ ਜੋ ਕਈ ਨਫ਼ਰਤ ਜਾਂ ਫਿਰ ਨਸਲੀ ਟਿੱਪਣੀਆਂ ਵਰਗੇ ਮਾਮਲੇ ਸਾਹਮਣੇ ਆਉਂਦੇ ਨੇ, ਤਾਂ ਉਸ ਨੂੰ ਲੈ ਕੇ ਇਸਲਾਮਿਕ ਇਤਿਹਾਸ ਦੇ ਬਾਰੇ ਲੋਕਾਂ ਨੂੰ ਦੱਸਿਆ ਜਾਂਦਾ ਹੈ ਤੇ ਨਾਲ ਹੀ ਲੋਕਾਂ ਦੇ ਬਾਰੇ ਤੇ ਇਸਲਾਮ ਭਾਈਚਾਰਾ ਹੈ ਜੋ ਪੂਰੇ ਭਾਈਚਾਰੇ ਦੇ ਬਾਰੇ ਜਾਣਕਾਰੀ ਦਿੱਤੀ ਜਾਂਦੀ ਹੈ, ਜਿਸ ਦੇ ਲਈ ਵੱਖੋ ਵੱਖਰੇ ਕਦਮ ਚੁੱਕੇ ਜਾਂਦੇ ਨੇ ਤੇ ਅਕਤੂਬਰ ਮਹੀਨਾ ਇਸੇ ਨੂੰ ਸਮਰਪਿਤ ਹੈ ਕੈਨੇਡਾ ਵਿੱਚ। ਅਗਲੀ ਖਬਰ ਦੇ ਵੱਲ ਕਰਾਂਗੇ। ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਖਾਸ ਐਲਾਨ ਕੀਤਾ ਹੈ। ਦਰਅਸਲ ਕਈਆਂ ਨੇ ਇਸ ਸਮੇਂ ਵਰਕ ਪਰਮਿਟ ਲਗਾਏ ਹੋਏ ਨੇ, ਕੈਨੇਡਾ ਦੇ ਸਟੂਡੈਂਟ ਵੀਜ਼ਾ ਲਗਵਾਇਆ ਹੋਇਆ ਹੈ, ਓਪਨ ਵਰਕ ਪਰਮਿਟ ਵੀ ਲਗਾਏ ਹੋਏ ਨੇ, ਜਾਂ ਫਿਰ ਕਈਆਂ ਦੇ ਵੱਲੋਂ ਵਿਜ਼ਟਰ ਵੀਜ਼ਾ ਵੀ ਹੁਣ ਅਪਲਾਈ ਕੀਤੇ ਜਾ ਰਹੇ ਨੇ। ਤਾਂ ਉਹਨਾਂ ਦੇ ਪ੍ਰਕਿਰਿਆ ਦੇ ਵਿੱਚ ਸਭ ਤੋਂ ਜ਼ਿਆਦਾ ਵੱਡੀ ਦਿੱਕਤ ਦਾ ਉਹ ਸਾਹਮਣਾ ਕਰ ਰਹੇ ਨੇ ਕਿ ਬਾਇਓਮੈਟ੍ਰਿਕ ਦੇ ਵਾਸਤੇ ਤਰੀਕ ਕਾਫੀ ਦੇਰੀ ਦੇ ਨਾਲ ਮਿਲ ਰਹੀ ਹੈ ਤੇ ਇਸੇ ਨੂੰ ਲੈ ਕੇ ਕੈਨੇਡਾ ਹਾਈ ਕਮਿਸ਼ਨ ਨੇ ਭਾਰਤ ਵਿੱਚ ਖਾਸ ਜਾਣਕਾਰੀ ਦਿੱਤੀ, ਜਿਸ ਦੇ ਵਿੱਚ ਇਹ ਕਿਹਾ ਗਿਆ ਕਿ ਅਕਤੂਬਰ 1 ਤੋਂ ਉਹ ਵਾਧੂ ਸਲੋਟ ਖੋਲ ਰਹੇ ਨੇ, ਜਿਸ ਦੇ ਵਿੱਚ ਆਪਣੀ ਅਪਾਇੰਟਮੈਂਟ ਨੂੰ ਰੀਸਕੈਜੂਲ ਵੀ ਕੀਤਾ ਜਾ ਸਕਦਾ ਹੈ ਜਿਨ੍ਹਾਂ ਨੇ ਛੇਤੀ ਨਾਲ ਬਾਇਓਮੈਟ੍ਰਿਕ ਕਰਵਾਉਣੇ ਹੋਣ। ਜਿਵੇਂ ਕਿ ਹੁਣ ਤੱਕ ਬਾਇਓਮੈਟ੍ਰਿਕ ਦੇ ਵਾਸਤੇ ਜਿਹੜੀ ਅਪਾਇੰਟਮੈਂਟ ਬੁੱਕ ਕਰਵਾਈ ਜਾ ਰਹੀ ਸੀ, ਉਸ ਦੇ ਵਿੱਚ ਜਿਹੜੇ ਨਵੰਬਰ ਦੇ ਅੰਤ ਤੱਕ ਜਾਂ ਫਿਰ ਨਵੰਬਰ ਦੇ ਮੱਧ ਤੱਕ ਹੀ ਕਈ ਥਾਵਾਂ ਵਾਸਤੇ ਤਰੀਕਾਂ ਅਪਾਇੰਟਮੈਂਟਸ ਜਿਹੜੀਆਂ ਨੇ ਉਸ ਦੀਆਂ ਮਿਲ ਰਹੀਆਂ ਸਨ ਬਾਇਓਮੈਟ੍ਰਿਕ ਦੀਆਂ, ਤੇ ਇੱਥੋਂ ਤੱਕ ਕਿ ਚੰਡੀਗੜ੍ਹ ਤੇ ਦਿੱਲੀ ਖੇਤਰ ਵਿੱਚ ਤਾਂ ਜਨਵਰੀ ਮਹੀਨੇ ਤੱਕ ਦੀਆਂ ਤਰੀਕਾਂ ਮਿਲ ਰਹੀਆਂ ਸੀ, ਪਰ ਉਸ ਦੇ ਵਿੱਚ ਵੀ ਕੁਝ ਸਲੋਟ ਹੋਰ ਜ਼ਿਆਦਾ ਜੋੜੇ ਗਏ ਨੇ। ਤੁਸੀਂ ਦੇਖ ਸਕਦੇ ਹੋ ਆਪਣੀ ਜਿਹੜੀ ਤੁਹਾਡੀ ਬਾਇਓਮੈਟ੍ਰਿਕ ਦੀ ਅਪਾਇੰਟਮੈਂਟ ਹੈ ਉਸ ਨੂੰ ਛੇਤੀ ਨਾਲ ਕਰਵਾਉਣ ਦੇ ਵਾਸਤੇ ਵੀ ਬੁਕਿੰਗ ਕੀਤੀ ਜਾ ਸਕਦੀ ਹੈ ਉਹਨਾਂ ਸਲੋਟਸ ਨੂੰ ਚੁਣਦੇ ਹੋਏ, ਜਿਸ ਲਈ ਕਿਹਾ ਗਿਆ ਕਿ ਤੁਸੀਂ ਵੈਬਸਾਈਟ ਦੇ ਉੱਤੇ ਜਾ ਸਕਦੇ ਹੋ VFSC, ਤੇ ਨਾਲ ਹੀ ਤੁਹਾਨੂੰ ਅਸੀਂ ਇੱਥੇ ਲਿੰਕ ਵੀ ਸਾਂਝਾ ਕਰ ਦੇਵਾਂਗੇ। ਜੋ ਤੁਸੀਂ ਇਹ ਸਕਰੀਨ ਦੇ ਉੱਤੇ ਤਸਵੀਰ ਦੇਖ ਰਹੇ ਹੋ, ਇਸ ਦੇ ਵਿੱਚ ਜਿਹੜਾ ਬਾਰਕੋਡ ਹੈ, ਉਸ ਬਾਰਕੋਡ ਨੂੰ ਤੁਸੀਂ ਸਕੈਨ ਕਰਕੇ ਜੋ ਜਾਣਕਾਰੀ ਆਵੇਗੀ ਉਸ ਦੇ ਵਿੱਚ ਕਈ ਸਵਾਲਾਂ ਦੇ ਜਵਾਬ ਦਿੱਤੇ ਹੋਏ ਨੇ ਬਾਇਓਮੈਟ੍ਰਿਕ ਨਾਲ ਸੰਬੰਧਿਤ, ਤੇ ਨਾਲ ਹੀ ਜਿਹੜੇ ਕੈਨੇਡਾ ਹਾਈ ਕਮਿਸ਼ਨ ਤੋਂ ਸਵਾਲ ਪੁੱਛੇ ਜਾਂਦੇ ਨੇ ਜਿਨ੍ਹਾਂ ਦੇ ਵੀਜ਼ਾ ਦੇ ਵਿੱਚ ਦੇਰੀ ਹੋ ਰਹੀ ਹੈ ਜਾਂ ਫਿਰ ਫਾਈਲਾਂ ਦੀ ਪ੍ਰਕਿਰਿਆ ਦੇ ਵਿੱਚ ਜੋ ਵੱਖੋ ਵੱਖਰੇ ਸਵਾਲ ਇਸ ਪ੍ਰਕਿਰਿਆ ਨੂੰ ਲੈ ਕੇ ਜਾਂ ਫਿਰ ਕੋਈ ਹੋਰ ਵੀ ਉਹਨਾਂ ਦੇ ਵੱਲੋਂ ਇਮੀਗ੍ਰੇਸ਼ਨ ਦੇ ਕੰਮ ਨੂੰ ਲੈ ਕੇ ਪੁੱਛੇ ਜਾਂਦੇ ਨੇ। ਜ਼ਿਆਦਾਤਰ ਪੁੱਛੇ ਜਾਣ ਵਾਲੇ ਸਵਾਲਾਂ ਦੇ ਜਵਾਬ ਨੇ ਜੋ ਉਹ ਦਿੱਤੇ ਜਾਂਦੇ ਨੇ ਹਾਈ ਕਮਿਸ਼ਨ ਦੇ ਵੱਲੋਂ, ਤੇ ਇਸ ਬਾਰਕੋਡ ਨੂੰ ਤੁਸੀਂ ਸਕੈਨ ਕਰ ਸਕਦੇ ਹੋ ਜੋ ਸਕਰੀਨ ਦੇ ਉੱਤੇ ਆ ਰਿਹਾ ਹੈ, ਜੋ ਕਿ ਕੈਨੇਡਾ ਹਾਈ ਕਮਿਸ਼ਨ ਨੇ ਹੀ ਸਾਂਝਾ ਕੀਤਾ ਹੈ, ਜਿਸ ਦੇ ਵਿੱਚ ਜਦੋਂ ਤੁਸੀਂ ਉਹ ਲਿੰਕ ਦੇ ਉੱਤੇ ਜਾਵੋਗੇ ਅੱਗੇ ਤਾਂ ਕਈ ਸਵਾਲਾਂ ਦੇ ਜਵਾਬ ਦਿੱਤੇ ਹੋਣਗੇ ਤੇ ਉਸੇ ਵੈਬਸਾਈਟ ਦੇ ਉੱਤੇ ਹੋਰ ਜਾਣਕਾਰੀ ਵੀ ਮੌਜੂਦ ਹੋਵੇਗੀ, ਜਿਸ ਦੇ ਵਿੱਚ ਜਿਹੜੇ ਤੁਹਾਡੇ ਸਵਾਲ ਹੋਣਗੇ ਉਮੀਦ ਹੈ ਕਿ ਉਹਨਾਂ ਦੇ ਜਵਾਬ ਤੁਹਾਨੂੰ ਮਿਲ ਸਕਣਗੇ। ਇਸ ਦੇ ਨਾਲ ਹੀ ਅੱਜ ਦੇ ਇਸ ਬੁਲੇਟਿਨ ਦੇ ਵਿੱਚ ਇੰਨਾ ਹੀ। ਮੈਨੂੰ ਦਿਓ ਇਜਾਜ਼ਤ। ਸਤਿ ਸ਼੍ਰੀ ਅਕਾਲ।